ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਅਸੀਂ ਇਹ ਸਮਝਦੇ ਸੀ ਕਿ ਮੈਗਨੇਟਸ ਜੋ ਹੁੰਦੇ ਨੇ ਉਹ ਕਿਸੇ ਪੱਥਰ ਟਾਈਪ ਟੁਕੜੇ ਦੇ ਹੁੰਦੇ, ਜਾਂ ਕਹਿ ਲਓ ਕਿ ਜੋ ਸਪੀਕਰ ਦੇ ਪਿੱਛੋਂ ਟੁੱਟਿਆ ਹੋਇਆ ਪੀਸ ਨਿਕਲਦਾ ਸੀ, ਇਟ ਵਾਜ਼ ਲਾਈਕ ਆਫ ਜਸਟ ਏ ਪਰਮਾਨੈਂਟ ਮੈਗਨੇਟ ਜਿਹੜਾ ਸਪੀਕਰ ਦੇ ਪਿੱਛੋਂ ਨਿਕਲਦਾ ਸੀ, ਅਤੇ ਉਸ ਪਰਮਾਨੈਂਟ ਮੈਗਨੇਟ ਨੂੰ ਹੀ ਅਸੀਂ ਚੁੰਬਕ ਪੱਥਰ ਵੀ ਬੱਚੇ ਕਹਿੰਦੇ ਸੀ। ਤੇ ਪਰ ਓਸਟਡ ਦੇ ਐਕਸਪੈਰੀਮੈਂਟ ਤੋਂ ਅਸੀਂ ਇਹ ਦੇਖਿਆ ਕਿ ਜਦੋਂ ਕਿਸੇ ਤਾਰ ਦੇ ਵਿੱਚੋਂ ਦੀ ਕਰੰਟ ਲੰਘਦਾ ਹੈ ਤਾਂ ਉਸ ਦੇ ਆਲੇ ਦੁਆਲੇ ਵੀ ਮੈਗਨੈਟਿਕ ਫੀਲਡ ਸੈਟਅਪ ਹੋ ਜਾਂਦਾ, ਤੇ ਜਿਹੜਾ ਕਿਸੇ ਚੁੰਬਕੀ ਸੂਈ ਨੂੰ ਪ੍ਰਭਾਵਿਤ ਕਰਦਾ। ਹੁਣ ਬਾਇਓਟ ਸੈਵਰਟਸ ਨੇ ਇਹ ਕੈਲਕੂਲੇਟ ਕੀਤਾ ਵੀ ਜਿਹੜਾ ਮੈਗਨੈਟਿਕ ਫੀਲਡ ਓਸਟਡ ਨੇ ਸਾਨੂੰ ਦੱਸਿਆ ਵੀ ਇੱਕ ਤਾਰ ਦੇ ਆਲੇ ਦੁਆਲੇ ਹੁੰਦਾ, ਉਹਦੀ ਵੈਲਿਊ ਕਿੱਥੇ ਕਿੰਨੀ ਹੁੰਦੀ ਹੈ, ਕਿੰਨੀ ਦੂਰ ਜਾਓਗੇ ਤਾਂ ਉਹ ਵੈਲਿਊ ਕਿੰਨੀ ਘਟ ਜਾਏਗੀ, ਕਿੱਧਰਲੇ ਪਾਸੇ ਨੂੰ ਜਾਓਗੇ ਤਾਂ ਉਹ ਵੈਲਿਊ ਕਿੰਨੀ ਘਟ ਜਾਏਗੀ। ਤਾਂ ਉਹ ਸਾਰਾ ਕੁਝ ਕਰੰਟ ਦਾ ਮੈਗਨੈਟਿਕ ਫੀਲਡ ਦਾ ਰਿਲੇਸ਼ਨ ਜੋ ਸਾਨੂੰ ਬਾਇਓਟ ਸੈਵਰਟ ਨੇ ਦੱਸਿਆ, ਉਹ ਅੱਜ ਆਪਾਂ ਪੜ੍ਹਾਂਗੇ ਬਾਇਓਟ ਸੈਵਰਟ ਲਾਅ ਦੇ ਵਿੱਚ। ਪਰ ਇਸ ਤੇ ਆਉਣ ਤੋਂ ਪਹਿਲਾਂ ਅਸੀਂ ਇੱਕ ਛੋਟੇ ਜਿਹੇ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਦੇ ਨਾਲ ਇਹ ਦੇਖੀਏ ਕਿ ਕਿਵੇਂ ਇੱਕ ਤਾਰ ਦੇ ਵਿੱਚੋਂ ਦੀ ਜਦੋਂ ਕਰੰਟ ਲੰਘਦਾ ਹੈ ਤਾਂ ਉਸ ਦੇ ਆਲੇ ਦੁਆਲੇ ਮੈਗਨੈਟਿਕ ਫੀਲਡ, ਜਿਹੜਾ ਕਿ ਭਾਵੇਂ ਸਾਨੂੰ ਦਿਸਦਾ ਤਾਂ ਨਹੀਂ ਪਰ ਉਹ ਚੁੰਬਕੀ ਸੂਈ ਨੂੰ, ਕੰਪਾਸ ਨੀਡਲ ਨੂੰ ਅਫੈਕਟ ਕਰਦਾ, ਤੇ ਸਾਨੂੰ ਉੱਥੋਂ ਹੀ ਪਤਾ ਲੱਗਦਾ ਵੀ ਤਾਰ ਦੇ ਆਲੇ ਦੁਆਲੇ ਕੋਈ ਮੈਗਨੈਟਿਕ ਫੀਲਡ ਨਾਮ ਦੀ ਚੀਜ਼ ਹੈ। ਸੋ ਆਓ ਦੇਖੀਏ ਇੱਕ ਛੋਟੇ ਜਿਹੇ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਦੇ ਨਾਲ। ਮੇਰੇ ਕੋਲ ਇੱਥੇ ਇੱਕ ਕੰਪਾਸ ਹੈ ਜੋ ਕਿ ਸਾਨੂੰ ਨਾਰਥ ਸਾਊਥ ਦੀ ਡਾਇਰੈਕਸ਼ਨ ਦੱਸਦੀ ਆ ਅਕੋਰਡਿੰਗ ਟੂ ਅਰਥਸ ਮੈਗਨੈਟਿਕ ਫੀਲਡ। ਹੁਣ ਅਸੀਂ ਸੈੱਲ ਅਤੇ ਤਾਰ ਦੀ ਹੈਲਪ ਦੇ ਨਾਲ ਇਹ ਦੇਖਾਂਗੇ ਕਿ ਕੀ ਇਸ ਤਾਰ ਦੇ ਵਿੱਚੋਂ ਲੰਘਿਆ ਕਰੰਟ ਇਸ ਮੈਗਨੈਟਿਕ ਨੀਡਲ ਨੂੰ ਅਫੈਕਟ ਕਰਦਾ ਹੈ। ਨੋ ਜੀ, ਸੋ ਦੋਨੇ ਪਾਸੇ ਅਸੀਂ ਲਗਾ ਲਿਆ ਹੈ। ਤਾਂ ਇਹ ਦੇਖੋ, ਹੁਣ ਇਹ ਵੀ ਧਿਆਨ ਦਿਓ ਕਿ ਤਾਰ ਦੀ ਜੋ ਓਰੀਐਂਟੇਸ਼ਨ ਹੈ, ਤਾਰ ਦੀ ਜੋ ਡਾਇਰੈਕਸ਼ਨ ਹੈ, ਉਹਦੇ ਨਾਲ ਵੀ ਮੈਗਨੈਟਿਕ ਫੀਲਡ ਚੇਂਜ ਕਰਦਾ ਹੈ। ਜੇ ਸੂਈ ਦੀ ਡਾਇਰੈਕਸ਼ਨ ਚੇਂਜ ਹੁੰਦੀ ਆ, ਸੋ ਜੇਕਰ ਅਸੀਂ ਓਰੀਐਂਟੇਸ਼ਨ ਨੂੰ ਚੇਂਜ ਕਰਦੇ ਹਾਂ ਤਾਂ ਫਿਰ ਵੀ ਡਾਇਰੈਕਸ਼ਨ ਚੇਂਜ ਹੁੰਦੀ ਹੈ। ਦੇਖੋ, ਸੋ ਇਹਦਾ ਮਤਲਬ ਇਹ ਹੋਇਆ ਕਿ ਜੋ ਮੈਗਨੈਟਿਕ ਫੀਲਡ ਪ੍ਰੋਡਿਊਸਡ ਬਾਈ ਦੀ ਕਰੰਟ ਕੈਰਿੰਗ ਵਾਇਰ ਹੈ ਉਹ ਡਾਇਰੈਕਸ਼ਨ ਡਿਪੈਂਡੈਂਟ ਆ। ਡਾਇਰੈਕਸ਼ਨ ਕਿਹੜੀ ਡਾਇਰੈਕਸ਼ਨ ਨਾਲ ਡਿਪੈਂਡ ਕਰਦਾ ਉਹ ਆਪਾਂ ਹੁਣੇ ਸਮਝਾਂਗੇ। ਹੁਣ ਬੱਚਿਓ, ਜੇਕਰ ਤੁਸੀਂ ਵੀ ਇੱਕ ਪ੍ਰੈਕਟੀਕਲ ਘਰੇ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਕੰਪਾਸ ਦੀ ਲੋੜ ਪਵੇਗੀ। ਹੁਣ ਜ਼ਰੂਰੀ ਤਾਂ ਨਹੀਂ ਕਿ ਤੁਹਾਡੇ ਕੋਲ ਘਰੇ ਕੰਪਾਸ ਹੋਵੇ, ਤਾਂ ਤੁਸੀਂ ਇੱਕ ਬੜੇ ਸੌਖੇ ਤਰੀਕੇ ਦੇ ਨਾਲ ਕੰਪਾਸ ਬਣਾ ਸਕਦੇ ਹੋ। ਇਹ ਮੇਰੇ ਕੋਲ ਇੱਕ ਕੱਚ ਦਾ ਗਲਾਸ ਪਾਣੀ ਨਾਲ ਭਰਿਆ ਹੋਇਆ ਹੈ। ਇਸ ਨੂੰ ਮੈਂ ਕੀ ਕਰਦਾ ਹਾਂ, ਇੱਕ ਬਲੇਡ ਜੋ ਕਿ ਆਸਾਨੀ ਦੇ ਨਾਲ ਹੀ ਸਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ, ਇੱਕ ਬਲੇਡ ਨੂੰ ਮੈਂ, ਇੱਕ ਮੈਗਨੇਟ ਦਾ ਪੀਸ ਆ ਮੇਰੇ ਕੋਲੇ, ਮੈਗਨੇਟ ਦੇ ਪੀਸ ਦੇ ਨਾਲ ਇਸ ਬਲੇਡ ਨੂੰ ਮੈਂ ਮੈਗਨੇਟਾਈਜ਼ ਕਰੂੰਗਾ ਅਤੇ ਇਸ ਬਲੇਡ ਨੂੰ ਮੈਂ ਯੂਜ਼ ਕਰੂੰਗਾ ਐਜ਼ ਏ ਕੰਪਾਸ। ਸੋ ਕਿਵੇਂ ਇਹਨੂੰ ਮੈਗਨੇਟਾਈਜ਼ ਕਰਨਾ, ਸੋ ਆਓ ਦੇਖੀਏ। ਇਹਨੂੰ ਮੈਂ ਨੀਚੇ ਰੱਖ ਲੈਣਾ ਇੱਦਾਂ, ਅਤੇ ਮੈਗਨੇਟ ਨੂੰ ਆਪਣੇ ਹੱਥ ਵਿੱਚ ਇੱਦਾਂ ਫੜ ਕੇ ਇਹਨੂੰ ਇੱਕ ਪਾਸੇ ਰੱਖ ਕੇ ਇਹਦੇ ਉੱਤੇ ਮੈਗਨੇਟ ਘਸਾਉਂਦਾ, ਫਿਰ ਇਹਨੂੰ ਇੱਧਰ ਨੂੰ ਚੱਕ ਲੈਣਾ, ਫਿਰ ਮੈਗਨੇਟ ਘਸਾਉਣਾ। 2 3 4 5 6 7 8 9 10 11 12 13 14 15 16 17 18 19 20, ਘੱਟੋ ਘੱਟ ਇਹਨੂੰ 20 ਵਾਰੀ ਤੁਸੀਂ ਇਹਦੇ ਉੱਤੇ ਰਗੜਦਾ ਹੈ। ਇੱਕ ਪਾਸਿਓਂ ਰਗੜਨਾ ਸ਼ੁਰੂ ਕਰਨਾ, ਦੂਜੇ ਪਾਸੇ ਜਾਣਾ, ਇਹਨੂੰ ਇੱਥੋਂ ਚੱਕ ਲੈਣਾ, ਫਿਰ ਵਾਪਸ ਉਸੇ ਪਾਸਿਓਂ ਰਗੜਨਾ। ਸੋ ਮਤਲਬ ਇੱਕੋ ਡਾਇਰੈਕਸ਼ਨ ਦੇ ਵਿੱਚ ਇਹਨੂੰ ਅਸੀਂ ਰਗੜਨਾ ਹੈ ਕਿਸੇ ਹੋਰ ਮੈਗਨੇਟ ਦੇ ਨਾਲ। ਮੈਗਨੇਟ ਕੋਈ ਵੀ ਹੋ ਸਕਦਾ, ਭਾਵੇਂ ਗੋਲ ਹੋਵੇ ਭਾਵੇਂ ਬਾਰ ਮੈਗਨੇਟ ਹੋਵੇ। ਤਾਂ ਲਓ ਜੀ, ਹੁਣ ਅਸੀਂ ਆਪਣੇ ਪੱਥਰ ਵਾਲੇ ਮੈਗਨੇਟ ਨੂੰ, ਜਿਹਦੇ ਨਾਲ ਅਸੀਂ ਇਹਨੂੰ ਮੈਗਨੇਟਾਈਜ਼ ਕੀਤਾ, ਇਹਨੂੰ ਦੂਰ ਰੱਖ ਦਾਂਗੇ ਤਾਂ ਕਿ ਉਸ ਮੈਗਨੇਟ ਦਾ ਪ੍ਰਭਾਵ ਇਸ ਬਲੇਡ ਦੇ ਉੱਤੇ ਨਾ ਪਵੇ। ਆਓ ਹੁਣ ਦੇਖੀਏ ਕਿ ਇਹਨੂੰ ਮੈਂ ਜਦੋਂ ਪਾਣੀ ਨਾਲ ਭਰੇ ਹੋਏ ਗਲਾਸ ਦੇ ਉੱਤੇ ਰੱਖਦਾ ਤਾਂ ਦੇਖੋ ਬੇਟੇ, ਇਹ ਉਸੇ ਤਰੀਕੇ ਦੇ ਨਾਲ ਇੱਕ ਪਾਸੇ ਵਾਲੀ ਡਾਇਰੈਕਸ਼ਨ ਦੇ ਵਿੱਚ ਅਲਾਈਨ ਹੋ ਗਿਆ। ਹੁਣ ਅਸੀਂ ਇਹਨੂੰ ਵੀ
ਚੈੱਕ ਕਰਕੇ ਦੇਖਦੇ ਹਾਂ ਕਿ ਕੀ ਸਾਡਾ ਤਾਰ ਦੇ ਵਿੱਚੋਂ ਦੀ ਲੰਘ ਰਿਹਾ ਕਰੰਟ ਇਸ ਮੈਗਨੇਟ ਨੂੰ, ਸਾਡੇ ਬਣਾਏ ਹੋਏ ਮੈਗਨੇਟ ਨੂੰ ਇਫੈਕਟ ਕਰਦਾ। ਦੇਖੋ ਜੀ, ਸੋ ਇਹ ਓਰੀਐਂਟੇਸ਼ਨ। ਹੁਣ ਮੈਂ ਇਹਨੂੰ ਘੁਮਾਉਣਾ, ਦੇਖੋ, ਸੋ ਉੱਧਰ ਨੂੰ ਇਹ ਘੁੰਮੀ ਜਾਂਦਾ, ਇੱਥੇ ਇਫੈਕਟ ਘਟ ਗਿਆ। ਸੋ ਇੱਧਰਲੇ ਪਾਸੇ ਇਫੈਕਟ ਘਟ ਗਿਆ। ਸੋ ਜੇਕਰ ਮੈਂ ਇਹਨੂੰ ਇੱਦਾਂ ਘੁਮਾ ਦਿੰਦਾ, ਫਿਰ ਇਫੈਕਟ ਚੈੱਕ ਕਰੋ, ਇੱਥੇ ਚੈੱਕ ਕਰੋ, ਇੱਥੇ ਇਸ ਡਾਇਰੈਕਸ਼ਨ ਦੇ ਵਿੱਚ ਮੈਗਨੈਟਿਕ ਫੀਲਡ ਇੱਥੇ ਹੋਰ ਜ਼ਿਆਦਾ ਇਫੈਕਟ ਹੋ ਗਿਆ। ਸੋ ਜਿਉਂ-ਜਿਉਂ ਮੈਂ ਇਹਨੂੰ ਅਲਾਈਨ ਕਰੀ ਜਾਂਦਾ ਤੇ ਇਹ 90 ਡਿਗਰੀ 'ਤੇ ਹੋਈ ਜਾਂਦਾ ਤੇ ਉਦੋਂ ਇਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ। ਮੈਂ ਇੱਧਰੋਂ ਤਾਰ ਹਟਾ ਦਿੰਦਾ, ਇਹ ਆਪਣੀ ਪਹਿਲਾਂ ਵਾਲੀ ਪੋਜੀਸ਼ਨ 'ਤੇ ਆ ਜਾਂਦਾ। ਤਾਰ ਨੂੰ ਮੈਂ ਟੱਚ ਕਰਦਾ ਤਾਂ ਇਹ ਫੇਰ ਹਿਲਦਾ, ਤਾਰ ਹਟਾਉਣਾ ਪਹਿਲਾਂ ਵਾਲੀ ਪੋਜੀਸ਼ਨ 'ਤੇ ਆ ਜਾਂਦਾ। ਹੁਣ ਇਹੀ ਚੀਜ਼ ਬਾਇਓਟ ਸੈਵਰਟ ਨੇ ਕੈਲਕੂਲੇਟ ਕਰਕੇ ਦੱਸੀ ਵੀ ਕਿਹੜੀ ਜਗ੍ਹਾ ਦੇ ਉੱਤੇ ਕਿੰਨਾ ਮੈਗਨੈਟਿਕ ਫੀਲਡ ਹੋਏਗਾ। ਆਓ ਅਸੀਂ ਵੀਡੀਓ ਦੇ ਵਿੱਚ ਅੱਗੇ ਹੁਣ ਬਾਇਓਟ ਸੈਵਰਟ ਲਾ ਨੂੰ ਸਮਝੀਏ। ਜਿਵੇਂ ਕਿ ਅਸੀਂ ਹੁਣੇ ਦੇਖਿਆ ਕਿ ਜਦੋਂ ਕਿਸੇ ਕੰਡਕਟਰ ਦੇ ਵਿੱਚੋਂ ਦੀ ਇੱਕ ਕਰੰਟ ਪਾਸ ਕਰਾਇਆ ਜਾਂਦਾ ਤਾਂ ਉਸ ਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਆਉਂਦਾ ਤੇ ਉਹ ਕੰਪਾਸ ਨੂੰ ਅਫੈਕਟ ਕਰਦਾ। ਮੈਗਨੈਟਿਕ ਫੀਲਡ ਨੂੰ ਮੇਜਰ ਕਰਨ ਦੇ ਲਈ ਬਾਇਓਟ ਸੈਵਰਟ ਲਾ ਨੇ ਡਿਫਰੈਂਟ ਪੋਜੀਸ਼ਨ ਦੇ ਉੱਤੇ ਵਾਇਰ ਨੂੰ ਰੱਖ ਕੇ ਦੇਖਿਆ ਤੇ ਸਾਨੂੰ ਉਹਨਾਂ ਨੇ ਇੱਕ ਫਾਰਮੂਲਾ ਦਿੱਤਾ। ਫਾਰਮੂਲੇ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜੇਕਰ ਇੱਕ ਸਾਡੇ ਕੋਲੇ ਤਾਰ ਜੋ ਕਿ ਇਸ ਤਰੀਕੇ ਨਾਲ ਮੂਵ ਕਰਦੀ ਆ, ਨੀਚਿਓਂ ਉੱਪਰ ਵਾਲੇ ਪਾਸੇ ਨੂੰ ਕਰੰਟ ਫਲੋ ਕਰਦਾ ਆਈ। ਬਾਇਓਟ ਸੈਵਰਟ ਨੇ ਇੱਕ ਕਰੰਟ ਐਲੀਮੈਂਟ ਜਿਸ ਦਾ ਨਾਂ ਦਿੱਤਾ ਗਿਆ IDL, ਕਰੰਟ ਐਲੀਮੈਂਟ ਸਿਲੈਕਟ ਕੀਤਾ ਜਿਸ ਦੀ ਲੈਂਥ ਸੀ DL ਤੇ ਉਸ ਦੇ ਵਿੱਚੋਂ ਦੀ ਕਰੰਟ ਜੇ I ਲੰਘ ਰਿਹਾ ਸੀ ਤਾਂ ਇਹਨੂੰ ਅਸੀਂ ਕਹਾਂਗੇ ਕਰੰਟ ਐਲੀਮੈਂਟ। ਇਹ ਕੰਸੀਡਰ ਕੀਤਾ ਤੇ ਇਸ ਕਰੰਟ ਐਲੀਮੈਂਟ ਦਾ ਮੈਗਨੈਟਿਕ ਫੀਲਡ ਦੇਖਣ ਦੇ ਲਈ ਇੱਕ ਆਰਬਿਟਰੀ ਪੁਆਇੰਟ ਚੂਜ਼ ਕੀਤਾ P। ਬੇਟੇ ਆਮ ਤੌਰ ਤੇ ਅਸੀਂ ਜੋ ਵੀ ਆਬਜ਼ਰਵੇਸ਼ਨ ਪੁਆਇੰਟ ਹੋਵੇ ਚਾਹੇ ਕਿਸੇ ਵੀ ਆਰਟੀਕਲ ਦੇ ਵਿੱਚ ਉਹਨੂੰ ਆਮ ਤੌਰ ਤੇ P ਨਾਲ ਹੀ ਡਿਨੋਟ ਕਰਦੇ ਆ। ਤੇ P ਆ ਜੋ ਉਹਦੀ ਜੋ ਡਿਸਟੈਂਸ ਸੀ ਇਸ DL ਤੋਂ, ਜਾਂ ਕਹਿ ਲਓ ਇਸ ਦਾ ਪੋਜੀਸ਼ਨ ਵੈਕਟਰ ਜਾਂ ਡਿਸਪਲੇਸਮੈਂਟ ਵੈਕਟਰ, ਤਾਂ ਇਹ ਅਸੀਂ R ਚੂਜ਼ ਕੀਤਾ। ਹੁਣ DL ਦੀ ਕਿਹੜੀ ਡਾਇਰੈਕਸ਼ਨ ਲਈਏ, ਇੱਥੋਂ ਲਈਏ ਜਾਂ ਉੱਪਰੋਂ ਲਈਏ ਜਾਂ ਸੈਂਟਰ 'ਚੋਂ ਲਈਏ। ਇਸ ਕਰਕੇ ਕਿਉਂਕਿ DL ਐਲੀਮੈਂਟ ਬਹੁਤ ਛੋਟਾ ਹੈ ਤਾਂ ਉਹਨਾਂ ਨੇ ਇਸ ਐਲੀਮੈਂਟ ਦੇ ਉੱਤੇ ਇੱਕ ਟੇਂਜੈਂਟ ਡਰਾ ਕਰ ਲਿਆ। ਟੇਂਜੈਂਟ ਬਾਰੇ ਤੁਸੀਂ ਫੈਮੀਲੀਅਰ ਹੀ ਹੋ ਕਿ ਉਹ ਲਾਈਨ ਜੋ ਪੁਆਇੰਟ ਨੂੰ ਟੱਚ ਕਰਕੇ ਲੰਘਦੀ ਹੋਵੇ, ਕਿਸੇ ਰਾਊਂਡ ਪੁਆਇੰਟ ਨੂੰ ਟੱਚ ਕਰਕੇ ਲੰਘਦੀ ਹੋਵੇ, ਉਹਨੂੰ ਅਸੀਂ ਟੇਂਜੈਂਟ ਕਹਿਤਾ। ਸੋ ਦਿਸ ਲਾਈਨ ਸਰਵਸ ਐਜ਼ ਦੀ ਟੇਂਜੈਂਟ ਟੂ ਕਰੰਟ ਐਲੀਮੈਂਟ IDL। ਹੁਣ ਫਿਰ ਉਹਨੇ ਮੰਨਿਆ ਵੀ ਜੋ ਟੇਂਜੈਂਟ ਤੇ ਕਰੰਟ ਐਲੀਮੈਂਟ ਦੇ ਵਿਚਲਾ ਐਂਗਲ ਹੈ ਇਹਨੂੰ ਅਸੀਂ ਥੀਟਾ ਮੰਨ ਲੈਂਦੇ ਹਾਂ, ਕਿਉਂਕਿ ਅਸੀਂ ਹੁਣੇ ਦੇਖਿਆ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਦੇ ਵਿੱਚ ਵੀ ਮੈਗਨੈਟਿਕ ਫੀਲਡ ਦੀ ਜੋ ਸਟਰੈਂਥ ਹੈ ਇਸ ਪੁਆਇੰਟ ਦੇ ਉੱਤੇ ਉਹ ਡਿਪੈਂਡ ਕਰਦੀ ਆ ਤਾਰ ਦੀ ਓਰੀਐਂਟੇਸ਼ਨ ਤੇ। ਸੋ ਇਸ ਕਰਕੇ ਅਸੀਂ ਇਹਦੇ ਨਾਲ ਐਂਗਲ ਥੀਟਾ ਮੰਨ ਲਿਆ। ਹੁਣ ਜੋ ਇਹ ਕਰੰਟ ਐਲੀਮੈਂਟ IDL ਮੈਗਨੈਟਿਕ ਫੀਲਡ ਇੱਥੇ ਲਾਏਗਾ, ਉਹ ਬਾਇਓਟ ਸੈਵਰਟ ਨੇ ਸਾਨੂੰ ਦੱਸਿਆ ਵੀ ਉਸ ਦੀ ਵੈਲਿਊ ਅਸੀਂ DB ਮੰਨ ਲੈਂਦੇ ਹਾਂ ਤੇ ਇਹਦਾ ਮੈਗਨੀਟਿਊਡ ਜੋ ਹੈ ਸੋ ਕਿਹਦੇ ਬਰਾਬਰ ਹੋਏਗਾ, ਉਹ ਕਹਿੰਦੇ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ IDL। ਪਹਿਲੀ ਗੱਲ। ਦੂਜੀ ਗੱਲ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ the sine of the angle between IDL and R, sin theta ਤੇ ਡਿਪੈਂਡ ਕਰਦਾ। ਤੀਜੀ ਗੱਲ, ਉਹ ਕਹਿੰਦੇ it is inversely proportional to the square of the distance between IDL and R। ਜਿਹੜੇ ਪੁਆਇੰਟ ਦਾ ਜਿੰਨਾ ਡਿਸਟੈਂਸ ਹੈ ਉਹਦੇ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ ਸਕੁਅਰ ਆਫ ਦੀ ਡਿਸਟੈਂਸ ਆ। ਹੁਣ ਇਹਨਾਂ ਤਿੰਨੇ ਚੀਜ਼ਾਂ ਨੂੰ ਅਸੀਂ ਕੰਬਾਈਨ ਕਰ ਦਈਏ ਸੈਕੰਡ ਐਂਡ ਥਰਡ ਵਨ ਨੂੰ, ਤਾਂ ਵਾਟ ਵੀ ਵਿਲ ਗੈਟ।
So we will get the magnitude of dB is proportional to I dl sin theta upon r square। ਸੋ ਇਹ ਸਾਨੂੰ ਦੱਸਿਆ ਜੀ ਬਾਇਓਟ-ਸੈਵਰਟ ਨੇ। ਹੁਣ ਅਸੀਂ ਥੋੜਾ ਜਿਹਾ ਇਹਨੂੰ ਐਲੈਬੋਰੇਟ ਕਰ ਲਈਏ, ਪ੍ਰਪੋਰਸ਼ਨੈਲਿਟੀ ਸਾਈਨ ਨੂੰ ਹਟਾਈਏ ਤਾਂ ਦੇਖੀਏ ਸਾਡੇ ਕੋਲੇ ਕੀ ਸਾਨੂੰ ਦੱਸਿਆ। ਸੋ ਆਫਟਰ ਰਿਮੂਵਿੰਗ ਦੀ ਪ੍ਰਪੋਰਸ਼ਨੈਲਿਟੀ ਕੌਂਸਟੈਂਟ, ਸੋ dB ਟਰਨਸ ਟੂ ਬੀ ਮਿਊ ਨੋਟ ਅਪੋਨ 4 ਪਾਈ। ਇਹਦੇ ਬਾਰੇ ਵੀ ਹੁਣ ਅਸੀਂ ਸਮਝਾਂਗੇ ਵੀ ਮਿਊ ਨੋਟ ਕੀ ਆ। ਮਿਊ ਨੋਟ ਤੇ ਐਪਸਾਈਲਨ ਨੋਟ ਦੋਨਾਂ ਨਾਲ ਡਿਟੇਲ 'ਚ ਦੇਖਾਂਗੇ। ਮਿਊ ਨੋਟ ਬਟੇ 4 ਪਾਈ ਇਜ਼ ਦੀ proportionality constant where mu naught is the absolute permeability of free space। so I dl ਇਹਨੂੰ ਹੁਣ ਅਸੀਂ ਵੈਕਟਰ ਨੋਟੇਸ਼ਨ 'ਚ ਲਿਖਣ ਲੱਗੇ ਹਾਂ। so I dl cross r cap divided by r square। ਕਿਉਂਕਿ ਇੱਥੇ ਹੁਣ ਮੈਂ ਕ੍ਰੋਸ ਪਾਤਾ, ਇਹਦਾ ਮਤਲਬ ਡਾਇਰੈਕਸ਼ਨ ਆ ਗਈ। ਸੋ ਡਾਇਰੈਕਸ਼ਨ ਆ ਗਈ ਤਾਂ ਮੈਂ ਇੱਥੋਂ ਮੈਗਨੀਟਿਊਡ ਹਟਾ ਦੂੰਗਾ ਬਿਕੋਜ਼ ਇਟ ਵਿਲ ਗਿਵ ਮੀ ਦੀ ਡਾਇਰੈਕਸ਼ਨ ਐਜ਼ ਵੈਲ ਐਜ਼ ਮੈਗਨੀਟਿਊਡ। ਲਓ ਜੀ, ਆਰ ਕੈਪ ਇਜ਼ ਦੀ ਯੂਨਿਟ ਵੈਕਟਰ ਅਲੋਂਗ ਆਰ। ਜੇ ਯੂਨਿਟ ਵੈਕਟਰ ਅਲੋਂਗ ਆਰ ਆ ਤਾਂ ਸਾਨੂੰ ਪਤਾ ਵੀ ਯੂਨਿਟ ਵੈਕਟਰ ਕੀ ਹੁੰਦਾ, ਇਟ ਇਜ਼ ਦੀ ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ। ਵੈਕਟਰ ਨੂੰ ਜੇ ਵੈਕਟਰ ਦੇ ਮੈਗਨੀਟਿਊਡ ਤੇ ਡਿਵਾਈਡ ਕਰ ਦਈਏ ਤਾਂ ਰਹਿ ਕੀ ਗਿਆ, ਡਾਇਰੈਕਸ਼ਨ ਰਹਿ ਗਈ ਵੈਕਟਰ ਕੋਲੇ ਇਕੱਲੀ, ਕਿਉਂਕਿ ਵੈਕਟਰ ਕੋਲੇ ਦੋ ਚੀਜ਼ਾਂ ਨੇ, ਇੱਕ ਡਾਇਰੈਕਸ਼ਨ ਇੱਕ ਮੈਗਨੀਟਿਊਡ। ਜੇ ਮੈਗਨੀਟਿਊਡ ਤੇ ਡਿਵਾਈਡ ਕਰਤਾ ਤਾਂ ਕੀ ਰਹਿ ਗਿਆ, ਇਕੱਲੀ ਡਾਇਰੈਕਸ਼ਨ ਰਹਿ ਗਈ ਵਿਚ ਇਜ਼ ਯੂਨਿਟ ਵੈਕਟਰ। ਸੋ ਇਹ ਵੈਲਿਊ ਇੱਥੇ ਪੁੱਟ ਕਰ ਦਈਏ। ਸੋ ਇਟ ਇੰਪਲਾਈਜ਼ dB is equal to mu naught by 4 pi IDL cross r vector upon r cube। ਇੱਥੇ ਕਈ ਬੱਚੇ ਭੁਲੇਖਾ ਖਾ ਜਾਂਦੇ ਆ ਬਈ ਬੁੱਕ ਦੇ ਵਿੱਚ ਤਾਂ ਕਿਸੇ ਜਗ੍ਹਾ ਤੇ r cube ਲਿਖਿਆ ਤੇ ਸਾਨੂੰ ਸਰ ਨੇ ਸਕੇਅਰ ਪੜਾਇਆ, ਸਕੇਅਰ ਹੀ ਆ, ਫਰਕ ਸਿਰਫ ਇੰਨਾ ਹੀ ਆ ਵੀ ਇੱਥੇ r ਕੈਪ ਦੀ ਵੈਲਿਊ ਲਿਖਤੀ ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ। ਸੋ ਮੈਗਨੀਟਿਊਡ r ਸਕੇਅਰ ਨਾਲ ਮਲਟੀਪਲਾਈ ਹੋ ਕੇ r ਕਿਊਬ ਬਣ ਗਿਆ। ਬੇਟੇ ਹੁਣ ਅਸੀਂ ਆਉਂਦੇ ਹਾਂ ਦੀ ਡਾਇਰੈਕਸ਼ਨ ਵੱਲ। ਡਾਇਰੈਕਸ਼ਨ ਕਿੱਧਰ ਨੂੰ, ਡਾਇਰੈਕਸ਼ਨ ਫਾਈਂਡ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਵੀ ਆਈਡੀਐਲ ਤੇ ਆਰ। ਹੁਣ ਇੱਥੇ ਆਈਡੀਐਲ ਦੀ ਡਾਇਰੈਕਸ਼ਨ ਇੱਧਰ ਨੂੰ ਆ, ਆਰ ਦੀ ਡਾਇਰੈਕਸ਼ਨ ਇੱਧਰ ਨੂੰ ਆ, ਇਹ ਕਿਹੜੇ ਪਲੇਨ 'ਚ ਪਏ ਨੇ, ਦੋਨੇ। ਸੋ ਇਹਨਾਂ ਦੋਨਾਂ ਦਾ ਪਲੇਨ ਸਾਨੂੰ ਦੇਖਣਾ ਪਏਗਾ। ਹੁਣ ਜੇਕਰ ਅਸੀਂ ਇਸ ਕੇਸ ਦੀ ਗੱਲ ਕਰੀਏ ਤਾਂ ਆਈਡੀਐਲ ਇੱਧਰ ਨੂੰ ਆ ਤੇ ਆਰ ਸਾਡਾ ਇੱਧਰ ਨੂੰ ਆ। ਇਹਦਾ ਮਤਲਬ ਇਹ ਆ ਬੋਰਡ ਦੇ ਪਲੇਨ 'ਚ ਪਏ ਨੇ। ਤਾਂ ਹੁਣ ਆਈਡੀਐਲ ਕ੍ਰੋਸ ਆਰ ਕਰ ਦਈਏ, ਕ੍ਰੋਸ ਪ੍ਰੋਡਕਟ ਕਰਨ ਲਈ ਰਾਈਟ ਹੈਂਡ ਥੰਬ ਰੂਲ। ਸੋ ਆਈਡੀਐਲ ਮੇਰਾ ਇੱਧਰ ਨੂੰ ਆ ਜਿੱਧਰ ਨੂੰ ਮੇਰੀਆਂ ਫਿੰਗਰਸ ਨੇ, ਆਰ ਮੇਰਾ ਇੱਧਰ ਨੂੰ ਆ ਤੇ ਮੇਰਾ ਅੰਗੂਠਾ ਕਿੱਧਰ ਨੂੰ ਗਿਆ ਜੀ, ਇਨਵਰਡਸ ਟੂ ਦੀ ਪਲੇਨ ਆਫ ਦੀ ਬੋਰਡ। ਸੋ ਇਹਦਾ ਮਤਲਬ ਇੱਕ ਵਾਰੀ ਫਿਰ ਦੇਖੋ, ਆਈਡੀਐਲ ਸਾਡਾ ਉੱਪਰ ਨੂੰ ਆ ਤੇ ਆਰ ਦੀ ਡਾਇਰੈਕਸ਼ਨ ਇੱਧਰ ਨੂੰ ਆ ਤੇ ਆਈਡੀਐਲ ਤੋਂ ਆਰ ਵਾਲੇ ਪਾਸੇ ਨੂੰ ਚਾਹੇ ਤਾਂ ਫਿੰਗਰਸ ਕਰਲ ਕਰਾ ਲਓ ਰਾਈਟ ਹੈਂਡ ਥੰਬ ਰੂਲ ਨਾਲ, ਚਾਹੇ ਇੱਥੇ ਸਕਰੂ ਰੱਖ ਕੇ ਦੇਖ ਲਓ ਤਾਂ ਇਹ ਅੰਦਰ ਨੂੰ ਜਾਏਗਾ। ਸੋ ਇਸ ਪੁਆਇੰਟ ਤੇ ਅਸੀਂ ਮੈਗਨੈਟਿਕ ਫੀਲਡ ਦੇਖ ਰਹੇ ਹਾਂ। ਸੋ ਡੀਬੀ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, ਕ੍ਰੋਸ ਸਰਕਲ। ਕ੍ਰੋਸ ਸਰਕਲ ਦਾ ਮਤਲਬ ਪਰਪੈਂਡੀਕੂਲਰਲੀ ਇਨਵਰਡਸ ਟੂ ਦੀ ਪਲੇਨ ਆਫ ਦੀ ਬੋਰਡ। ਸੋ ਕਿਤੇ ਵੀ ਅਸੀਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇਖਣੀ ਆ ਜਾਂ ਜਿੱਥੇ ਵੀ ਕਿਤੇ ਦੋ ਵੈਕਟਰਸ ਆ ਗਏ ਜਿਨ੍ਹਾਂ 'ਚ ਕ੍ਰੋਸ ਪ੍ਰੋਡਕਟ ਆ, ਤਾਂ ਅਸੀਂ ਪਹਿਲਾਂ ਕੀ ਦੇਖਾਂਗੇ, ਇਹਨਾਂ ਦੋਨਾਂ ਦਾ ਪਲੇਨ ਕੀ ਆ। ਇਹਨਾਂ ਦੋਨਾਂ ਦੇ ਪਲੇਨ ਦੇ ਪਰਪੈਂਡੀਕੂਲਰਲੀ ਸਾਡੇ ਕੋਲੇ ਸਾਡਾ ਡਾਇਰੈਕਸ਼ਨ ਆਏਗਾ। ਓਕੇ, ਹੁਣ ਇਹ ਤਾਂ ਹੋ ਗਿਆ ਸਾਡਾ ਬਾਇਓਟ-ਸੈਵਰਟ ਲਾ। ਮੈਗਨੈਟਿਕ ਫੀਲਡ ਦੇਖ ਲਿਆ ਅਸੀਂ ਕਿੰਨਾ ਹੋਏਗਾ। ਹੁਣ ਆ ਜਾਈਏ ਅਸੀਂ ਮਿਊ ਨੋਟ ਤੇ। ਬਈ ਮਿਊ ਨੋਟ ਕੀ ਚੀਜ਼ ਆ, ਵੈਲਿਊ ਹੈ ਮਿਊ ਨੋਟ ਅਪੋਨ 4 ਪਾਈ ਜੋ ਕੌਂਸਟੈਂਟ ਅਸੀਂ ਪ੍ਰਪੋਰਸ਼ਨੈਲਿਟੀ ਲਾਇਆ 10⁻⁻7 ਟੈਸਲਾ ਮੀਟਰ ਪਰ ਐਂਪੀਅਰ, ਐਬਸੋਲਿਊਟ ਪਰਮੀਏਬਿਲਿਟੀ ਆਫ ਫ੍ਰੀ ਸਪੇਸ। ਹੁਣ ਅਸੀਂ ਇਹਨੂੰ ਥੋੜਾ ਜਿਹਾ ਡਿਟੇਲ 'ਚ ਦੇਖ ਲਈਏ। ਐਪਸਾਈਲਨ ਨੋਟ, ਮਿਊ ਨੋਟ ਤੇ ਗ੍ਰੈਵੀਟੇਸ਼ਨਲ ਕੌਂਸਟੈਂਟ, ਤਿੰਨ ਕੌਂਸਟੈਂਟਸ ਆਫ ਪ੍ਰਪੋਰਸ਼ਨੈਲਿਟੀ ਅਸੀਂ ਹੁਣ ਤੱਕ ਪੜ੍ਹੇ ਆ। ਗ੍ਰੈਵੀਟੇਸ਼ਨਲ ਕੌਂਸਟੈਂਟ ਪੜ੍ਹਿਆ ਸੀ, ਗ੍ਰੈਵੀਟੇਸ਼ਨਲ ਫੋਰਸ
ਬਿਟਵੀਨ ਟੂ ਮਾਸਿਸ ਅਪੋਨ ਆਰ ਸਕੇਅਰ। ਉਸ ਤੋਂ ਬਾਅਦ ਅਸੀਂ ਐਪਸਾਈਲਨ ਨੋਟ ਪੜ੍ਹਿਆ ਸੀ, ਇਲੈਕਟ੍ਰਿਕ ਫੋਰਸ ਵਿਚ ਇਜ਼ 1/4 ਐਪਸਾਈਲਨ ਨੋਟ Q1 Q2 ਅਪੋਨ ਆਰ ਸਕੇਅਰ। ਤੀਸਰਾ ਕੌਂਸਟੈਂਟ ਅਸੀਂ ਅੱਜ ਪੜ੍ਹ ਲਿਆ, ਵਿਚ ਇਜ਼ ਦੀ ਮੈਗਨੈਟਿਕ ਫੀਲਡ ਡਿਊ ਟੂ ਏ ਕਰੰਟ ਕੈਰਿੰਗ ਐਲੀਮੈਂਟ μ0/4 IdL क्रॉस R अपॉन R क्यूब। ग्रैविटेशनल कॉन्स्टेंट की सीगा साडा? यूनीवर्सल ग्रैविटेशनल कॉन्स्टेंट। एप्साइलन नॉट एब्सोल्यूट परमिटिविटी ऑफ फ्री स्पेस ਨੂੰ ਅਸੀਂ ਵੈਕਿਊਮ ਵੀ ਕਹਿ ਦਿੰਦੇ ਹਾਂ। ਐਂਡ ਮਿਊ ਨੋਟ ਇਜ਼ ਐਬਸੋਲਿਊਟ ਪਰਮੀਏਬਿਲਿਟੀ ਆਫ ਫਰੀ ਸਪੇਸ ਜਾਂ ਵੈਕਿਊਮ। ਸੋ ਤਿੰਨ ਕੌਂਸਟੈਂਟ ਪੜ੍ਹ ਲਏ। ਜੀ ਨੂੰ ਯੂਨੀਵਰਸਲ ਕਿਉਂ ਕਿਹਾ ਜਾਂਦਾ? ਇਹਨਾਂ ਨੂੰ ਯੂਨੀਵਰਸਲ ਨਹੀਂ ਕਿਹਾ ਜਾਂਦਾ। क्यों? क्योंकि ग्रेविटेशनल कांस्टेंट डज नॉट डिपेंड ऑन द मीडियम बिटवीन बॉडीज़। ਜਿਹੜੀਆਂ ਬੋਡੀਜ਼ ਦੇ ਵਿੱਚ ਆ ਫੋਰਸ ਲੱਗਦੀ ਆ, ਜੀ ਉਸ ਮੀਡੀਅਮ ਤੇ ਡਿਪੈਂਡ ਨਹੀਂ ਕਰਦਾ, ਚਾਹੇ ਉੱਥੇ ਐਟਮੋਸਫੀਅਰ ਹੋਵੇ ਨਾ ਹੋਵੇ, ਇਟ ਡਜ਼ਨਟ ਟੇਕ ਕੇਅਰ ਅਬਾਊਟ ਇਟ। ਸੋ ਜੀ ਨਾ ਆਪ ਅਫੈਕਟ ਹੁੰਦਾ, ਨਾ ਬੋਡੀਜ਼ ਨੂੰ ਦੇ ਵਿਚਲੀ ਫੋਰਸ ਨੂੰ ਅਫੈਕਟ ਕਰਦਾ। ਪਰ ਐਪਸਾਈਲਨ ਨੋਟ ਕੀ ਆ? ਐਕਚੁਅਲੀ ਐਪਸਾਈਲਨ ਨੋਟ ਤਾਂ ਪਰਮਿਟਿਵਿਟੀ ਆਫ ਫ੍ਰੀ ਸਪੇਸ ਆ। ਕੱਲਾ ਐਪਸਾਈਲਨ ਆ ਜਿਹੜਾ, ਇਟ ਐਬਸੋਲਿਊਟ ਪਰਮਿਟਿਵਿਟੀ। ਕੀ ਮਤਲਬ ਆ? ਪਰਮਿਟਿਵਿਟੀ ਸ਼ਬਦ ਬਣਿਆ ਪਰਮਿਟ ਤੋਂ, ਪਰਮੀਏਬਿਲਿਟੀ ਬਣਿਆ ਪਰਮੀਏਬਲ ਤੋਂ। ਪਰਮੀਏਬਲ ਵਿੱਚ ਦੀ ਲੰਘ ਜਾਣਾ, ਪਰਮਿਟਿਵਿਟੀ ਪਰਮਿਸ਼ਨ ਦੇਣਾ। ਐਬਸੋਲਿਊਟ ਪਰਮਿਟਿਵਿਟੀ ਅਫੈਕਟਸ the medium between the two charges as well as it is affected itself by the medium between two charges। मतलब ਐਪਸਾਈਲਨ ਆਪ ਵੀ ਅਫੈਕਟ ਹੁੰਦਾ ਮੀਡੀਅਮ ਕਰਕੇ, ਮਤਲਬ ਇਹਦੀ ਵੈਲਿਊ ਚੇਂਜ ਕਰਦੀ ਹੈ ਮੀਡੀਅਮ ਕਰਕੇ। ਸੈਕੰਡਲੀ ਇਹ ਫੋਰਸ ਤੇ ਵੀ ਅਸਰ ਪਾਉਂਦਾ ਬਿਟਵੀਨ ਟੂ ਚਾਰਜਸ। ਸੋ ਇਸ ਕਰਕੇ ਐਬਸੋਲਿਊਟ ਪਰਮਿਟਿਵਿਟੀ ਇਜ਼ ਅਫੈਕਟਡ ਬਾਏ ਦੀ ਮੀਡੀਅਮ, ਆਲਸੋ ਇਟ ਅਫੈਕਟਸ ਦੀ ਮੀਡੀਅਮ। ਕਿਵੇਂ? ਜਦੋਂ ਅਸੀਂ ਮੰਨ ਲਓ ਇੱਥੇ ਦੋ ਪਲੇਟਾਂ ਪਈਆਂ, ਇੱਧਰਲੇ ਪਾਸੇ ਤੇ ਪੋਜ਼ਿਟਿਵ ਚਾਰਜ ਆ, ਪਲੇਟ ਦੇ ਇੱਧਰਲੇ ਪਾਸੇ ਨੈਗੇਟਿਵ ਚਾਰਜ ਆ, ਇਹਦੇ ਵਿਚਾਲੇ ਕੋਈ ਮੀਡੀਅਮ ਆ ਤੇ ਜਿਹਦੀ ਪਰਮਿਟਿਵਿਟੀ ਐਪਸਾਈਲਨ ਹੋਵੇ। ਤੇ ਆਪਾਂ ਕਪੈਸਿਟਰ 'ਚ ਪੜ੍ਹਿਆ ਨਾ, ਜੇਕਰ ਇੱਥੇ ਅਸੀਂ ਕੋਈ ਡਾਈਲੈਕਟ੍ਰਿਕ ਰੱਖ ਦਈਏ, ਭਾਵ ਇਨਸੂਲੇਟਰ ਰੱਖ ਦਈਏ, ਚਾਹੇ ਕੰਡਕਟਰ ਰੱਖ ਦਈਏ, ਇਸ ਮੀਡੀਅਮ ਨਾਲ ਆਹ ਪਲੇਟਾਂ ਦਾ ਇਲੈਕਟ੍ਰਿਕ ਫੀਲਡ ਜੋ ਇਹਨਾਂ ਦੇ ਵਿੱਚ ਹੈ ਉਹ ਅਫੈਕਟ ਹੋ ਜਾਂਦਾ, ਰਿਡਿਊਸ ਹੋ ਜਾਂਦਾ। ਆਪਾਂ ਨੂੰ ਪਤਾ, ਕਿਉਂਕਿ ਇੱਥੇ ਪੋਲਰਾਈਜੇਸ਼ਨ ਹੋ ਜਾਂਦੀ ਆ। ਪੋਲਰਾਈਜ਼ ਕੌਣ ਕਰਦਾ? ਇਲੈਕਟ੍ਰਿਕ ਫੀਲਡ ਬਿਟਵੀਨ ਟੂ ਪਲੇਟਸ। ਚਾਰਜਸ ਦੇ ਵਿਚਲੀ ਜਿੰਨੀ ਫੋਰਸ ਲੱਗਦੀ ਆ ਉਹ ਵੀ ਇਫੈਕਟ ਹੁੰਦੀ ਆ ਮੀਡੀਅਮ ਕਰਕੇ, ਤੇ ਇਸ ਮੀਡੀਅਮ ਕਰਕੇ ਜੋ ਇਲੈਕਟ੍ਰਿਕ ਫੀਲਡ ਜਾਂ ਫੋਰਸ ਆ ਸਾਡੀ ਉਹ ਵੀ ਇਫੈਕਟ ਹੁੰਦੀ ਆ, ਤੇ ਆਪ ਵੀ ਡਿਫਰੈਂਟ ਮੀਡੀਅਮ ਵਾਸਤੇ ਡਿਫਰੈਂਟ ਹੁੰਦਾ ਹੈ। ਕਲੀਅਰ? ਸੋ ਇਸੇ ਤਰ੍ਹਾਂ ਸਾਡਾ ਜੋ ਐਬਸੋਲਿਊਟ ਪਰਮੀਏਬਿਲਿਟੀ ਆ ਕੱਲਾ, ਇਹ ਵੀ ਇਸੇ ਤਰ੍ਹਾਂ ਹੀ ਮੈਗਨੈਟਿਕ ਫੀਲਡ ਨੂੰ ਅਫੈਕਟ ਕਰਦਾ ਬਿਟਵੀਨ ਕਰੰਟ ਕੈਰਿੰਗ ਐਲੀਮੈਂਟ ਐਂਡ ਦੀ ਆਬਜ਼ਰਵੇਸ਼ਨ ਪੁਆਇੰਟ। ਜਿਹੜਾ ਵਿਚਾਲੇ ਮੀਡੀਅਮ ਹੋਊਗਾ ਉਹਨੂੰ ਵੀ ਮੈਗਨੇਟਾਈਜ਼ ਕਰ ਸਕਦਾ। ਉਸ ਮੀਡੀਅਮ ਦੀ ਪਰਮੀਏਬਿਲਿਟੀ ਇਸ ਮੈਗਨੈਟਿਕ ਫੀਲਡ ਤੇ ਅਸਰ ਕਰੂਗੀ। ਬਈ ਆਬਜ਼ਰਵੇਸ਼ਨ ਪੁਆਇੰਟ ਤੇ ਸੋਰਸ ਆਫ ਦੀ ਮੈਗਨੈਟਿਕ ਫੀਲਡ, ਜਿਹੜਾ ਕਿ ਇੱਥੇ ਕਰੰਟ ਕੈਰਿੰਗ ਵਾਇਰ ਸੀ, ਉਹਦੇ ਵਿਚਾਲੇ ਮੀਡੀਅਮ ਕੀ ਆ? ਇਟ ਇਜ਼ ਅਫੈਕਟਡ, ਮੀਡੀਅਮ ਇਜ਼ ਆਲਸੋ ਅਫੈਕਟਡ ਬਾਈ ਦੀ ਮੈਗਨੈਟਿਕ ਫੀਲਡ ਐਜ਼ ਵੈਲ ਐਜ਼ permeability is also different for different mediums।
ਸੋ ਇਹ ਸੀਗੇ ਸਾਡੇ ਮਿਊ ਐਂਡ ਐਪਸਾਈਲਨ। ਹੁਣ ਇਹਨਾਂ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਰਿਲੇਸ਼ਨ ਵੀ ਆ ਕਿ ਐਪਸਾਈਲਨ ਤੇ ਮਿਊ ਨੂੰ ਗੁਣਾ ਕਰ ਦਈਏ ਤਾਂ ਇਹ ਇਟ ਇਜ਼ ਰਿਲੇਟਡ ਟੂ ਦੀ ਵੈਲੋਸਿਟੀ ਆਫ ਦੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਸਿਮਿਲਰਲੀ ਜੇਕਰ ਐਪਸਾਈਲਨ ਨੋਟ ਤੇ ਮਿਊ ਨੋਟ ਨੂੰ ਮਲਟੀਪਲਾਈ ਕਰ ਦਈਏ ਤਾਂ ਇਹਨੂੰ ਅਸੀਂ ਵੀ ਰੀਅਰੇਂਜ ਕਰਕੇ ਲਿਖ ਸਕਦੇ ਹਾਂ। ਮੈਂ ਇੱਥੇ 4 ਪਾਈ ਨਾਲ ਗੁਣਾ ਕਰ ਦਿੰਨਾ ਤੇ 4 ਪਾਈ ਤੇ ਡਿਵਾਈਡ ਕਰ ਦਿੰਨਾ। 4 ਪਾਈ ਐਪਸਾਈਲਨ ਨੋਟ ਦੀ ਵੈਲਿਊ ਕਿੰਨੀ ਆ ਗਈ? 4 ਪਾਈ ਐਪਸਾਈਲਨ ਨੋਟ ਦੀ ਵੈਲਿਊ ਆ ਗਈ ਜੀ 1/9 × 10⁻⁹। ਮਿਊ ਨੋਟ ਬਾਈ 4 ਪਾਈ ਦੀ ਵੈਲਿਊ ਕਿੰਨੀ ਆ ਗਈ? 10⁻⁻7। ਤੋ ਦੇਖੀ ਤਾਂ ਕਿੰਨਾ ਆ ਗਿਆ ਇਹ ਬਟੇ 3 ਦਾ ਸਕੁਅਰ ਗੁਣਾ 10⁻16। 7 ਥੱਲੇ ਆ ਗਿਆ, 9 ਤੇ 7 16। ਤਾਂ ਇਹਨੂੰ ਮੈਂ ਲਿਖਤਾ 1/3 × 10⁻8 ਦਾ ਸਕੁਅਰ। ਮਤਲਬ ਇਹਨਾਂ ਦੋਨਾਂ ਨੂੰ ਗੁਣਾ ਕੀਤਾ ਤਾਂ ਇਟ ਇਜ਼ 1/c²। ਵੈਲੋਸਿਟੀ ਆਫ ਲਾਈਟ। ਸੋ ਇਹ ਦੋਨਾਂ ਦਾ ਸਿਗਨੀਫਿਕੈਂਸ ਆ। ਸੋ ਇਹਨੂੰ ਅਸੀਂ ਹੁਣ ਦੂਸਰੀ ਫਾਰਮ 'ਚ ਵੀ ਲਿਖ ਸਕਦੇ ਹਾਂ। ਕਿਵੇਂ? ਇਹਨੂੰ ਮੈਂ ਜੇ 1/c² ਮਿਊ ਨੋਟ ਐਪਸਾਈਲਨ ਨੋਟ ਆ ਗਿਆ ਤਾਂ c² ਕੀ ਹੋ ਗਿਆ? 1/ਮਿਊ ਨੋਟ ਐਪਸਾਈਲਨ ਨੋਟ। तो c किहदे बराबर आ गया जी? 1/μ नॉट एप्सिलॉन नॉट अंडर द रूट। सो दिस फॉर्म्स ए इंपॉर्टेंट रिलेशन जिन्हों असी अगे 8वें चैप्टर के जाके भी पढ़ांगे इलैक्ट्रोमैग्नेटिक वेव्स दे विच कि स्पीड ऑफ लाइट आ जिहड़ी इट इज़ रिलेटेड विद परमीएबिलिटी ऑफ फ्री स्पेस एंड परमिटिविटी ऑफ द फ्री स्पेस लाइक दिस इन रिलेशन। सो इस तरह ये कि ये चीज़ां किवें आपस दे विच इलैक्ट्रिसिटी ते मैगनेटिज्म जुड़े हुए आ जिन्हों कि असीं अगे इलैक्ट्रोमैगनेटिज्म दे विच जाके होर एलैबोरेटेड मैथड्स दे नाल पढ़ांगे। सो मैनूं उम्मीद आ बच्चों कि अज दे लैक्चर दे विच तुहानूं ओस्टेड एक्सपैरीमेंट जिहड़ा आपां करके देखिआ, बायोट सैवर्ट ला, वैल्यू कड्ढी मैगनैटिक फील्ड दी, ते तीसरी गल एप्साइलन म्यू एप्साइलन नॉट म्यू नॉट इन्हां बारे बड़ी अच्छी तरीके नाल समझ लग गया होएगा। फिर भी योर क्वेश्चनस आर ऑलवेज वेलकम एज दी कॉमेंट्स इन कॉमेंट सैक्शन। सो मैनूं उम्मीद आ भी तुहानूं अज दे लैक्चर तो फायदा होया होएगा। धन्नवाद।